ਬੰਦੇ ਨਹੀਂ ਕਿਹਾ ਜੀ ਕਿ ਨਹੀਂ ਜੀ ਰੀਸੇਲ ਨਹੀਂ ਹੈ, ਨਹੀਂ ਲੈਣਾ, ਰੀਸੇਲ ਨਹੀਂ ਹੈ, ਨਹੀਂ ਲੈਣਾ। ਗੱਡੀ ਬੇਸ਼ੱਕ ਚੰਗੀ ਹੋਣੀ ਹੈ, ਲੇਕਿਨ ਇਹ ਹੈ ਕਿ ਰੀਸੇਲ ਨਹੀਂ ਹੈ ਤੇ ਨਹੀਂ ਲੈਣਾ। ਤੇ ਹਰ ਬੰਦੇ ਨੇ यही किया, लेकिन मेरा ये सी कि नदीम साहब ने किया कि अच्छा है ਤੇ ਬਿਲਕੁਲ ਅੱਛਾ ਹੋਣਾ ਹੈ। ਤੇ ਕਿਹਾ ਨਦੀਮ ਸਾਹਿਬ ਨੇ ਤੇ ਬਸ ਮਾਸ਼ਾਅੱਲਾ ਮੈਂ ਦੂਸਰੀ ਦਫਾ ਆਇਆ ਜੀ ਇੱਧਰ ਕੋਟਲੀ ਜੀ। ਇੱਕ ਦਫਾ ਪਹਿਲੇ ਆਇਆ ਸੀ ਕੋਈ 3-4 ਸਾਲ ਪਹਿਲੇ ਤੇ ਆ ਹੁਣ ਦੂਸਰੀ ਵਾਰ ਆਇਆ ਤੇ ਆ ਟਰੈਕਟਰ ATS ਇੱਥੇ ਆਇਆ ਆ ਡਾਕਟਰ ਸਾਹਿਬ ਨੇ ਲਿਆਂਦਾ ਜੀ ਜੀ। ਤੇ ਇਹਨਾਂ ਦੀ ਖੁਆਇਸ਼ ਸੀ ਜੀ ਨਦੀਮ ਸਾਹਿਬ ਤੁਸੀਂ ਆਪ ਵੀ ਆਓ ਤੇ ਫਿਰ ਅਸੀਂ ਕੰਪਨੀ ਨਾਲ ਰਾਬਤਾ ਕੀਤਾ। ਜਵੇਦ ਸਾਹਿਬ ਵੀ ਆਏ ਆ, ਮੈਂ ਖੁਦ ਵੀ ਆਇਆ। ਇਹਨਾਂ ਨੇ ਕੁਝ ਚੀਜ਼ਾਂ ਐਡੀਸ਼ਨਲ ਲਵਾਈ ਹੈ। ਸਭ ਤੋਂ ਪਹਿਲੀ ਚੀਜ਼ ਇਹਨਾਂ ਨੇ ਇੱਕ ਐਡੀਸ਼ਨਲ ਲਵਾਈ ਆ, ਆਇਲ ਕੂਲਰ ਲਗਵਾਇਆ ਤਾਂ ਕਿ ਗੱਡੀ ਗਰਮ ਹੋਏ ਹੀ ਨਾ। ਇਹਨਾਂ ਨੂੰ ਇੱਕ ਆਇਲ ਕੂਲਰ ਐਕਸਟਰਾ ਲਾ ਕੇ ਦਿੱਤਾ ਹੈ। ਇਸ ਤੋਂ ਇਲਾਵਾ ਇਹਨਾਂ ਨੇ ਫਰੰਟ ਦੇ ਵੇਟ ਐਕਸਟਰਾ ਲਵਾਏ ਆ ਤੇ ਬੈਕ ਦੇ ਵੇਟ ਐਕਸਟਰਾ ਲਵਾਏ ਆ। ਠੀਕ ਹੋ ਆ ਤਿੰਨ ਚੀਜ਼ਾਂ। ਚੌਥੀਆ ਚੀਜ਼ਾਂ ਇਹਨਾਂ ਨੇ ਪਿੱਛੇ ਕਪਲਰ ਲਵਾਏ। ਠੀਕ। ਚਾਰ ਚੀਜ਼ਾਂ ਇਹਨਾਂ ਨੇ ਸਾਡੇ ਕੋਲ ਕੰਪਨੀ ਤੋਂ ਇਲਾਵਾ ਐਕਸਟਰਾ ਲਵਾਈ ਹੈ। ਪੰਜਵੀਂ ਹਾਂ ਇੱਕ ਹੋਰ ਚੀਜ਼ ਹੈ, ਇਹ 'ਚ ਵਾਟਰ ਬੋਤਲ ਵੀ ਲੱਗੀ ਹੈ। ਉਹ ਤੁਸੀਂ ਆਪਣੇ ਮਾਡਲ 'ਚ ਨਹੀਂ ਲਾ ਰਹੇ? ਨਹੀਂ ਉਹ ਮਾਡਲ 'ਚ ਨਹੀਂ ਲਾ ਰਹੇ, ਲੇਕਿਨ ਇਹਨਾਂ ਦੇ ਕਹਿਣ ਤੇ ਅਸੀਂ ਲਾ ਕੇ ਦਿੱਤੀ ਹੈ। ਅੱਛਾ ਅੱਛਾ, ਐਕਸਟਰਾ ਲਵਾਈ। ਰੇਡੀਏਟਰ ਦੀ ਵਾਟਰ ਬੋਤਲ ਲੱਗੀ ਹੈ ਜੀ ਜੀ। ਆਇਲ ਕੂਲਰ ਲੱਗਾ ਹੈ, ਫਰੰਟ ਵੇਟ ਲੱਗੇ ਆ, ਬੈਕ ਵੇਟ ਲੱਗੇ ਆ ਤੇ ਪਿੱਛੇ ਕਪਲਰ ਲੱਗੇ ਆ। ਅੱਛਾ। ਆ ਪੰਜ ਚੀਜ਼ਾਂ ਹੀ ਐਡੀਸ਼ਨਲ ਇਹਦੇ ਵਿੱਚ ਗੱਡੀ 'ਚ ਲਾ ਕੇ ਦਿੱਤੀ ਹੈ। ਬਾਕੀ ਨਦੀਮ ਸਾਹਿਬ ਅਸੀਂ ਗੱਲ ਕਰ ਲਈ ਆ ਵਾਟਰ ਜਿਹੜੇ ਲਾਈ ਤੁਸੀਂ ਕੈਨ, ਉਹਦਾ ਕੀ ਮਕਸਦ ਹੈ? ਵਾਟਰ ਕੈਨ ਉਹ ਜਿਸ ਤਰ੍ਹਾਂ ਗੱਡੀਆਂ 'ਚ ਲੱਗਾ ਹੁੰਦਾ ਤਾਂ ਕਿ ਰੇਡੀਏਟਰ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਜਿਸ ਟਾਈਮ ਗਰਮ ਹੁੰਦਾ ਤੇ ਬਾਹਰ ਆ ਜਾਂਦਾ ਹੈ ਤੇ ਜਿਵੇਂ ਠੰਡਾ ਹੁੰਦਾ ਹੈ ਨਾ ਤਾਂ ਫਿਰ ਉਹ ਵਾਪਸ ਰੇਡੀਏਟਰ ਚਲਾ ਜਾਂਦਾ ਹੈ। ਉਹ ਫਿਰ ਪਾਣੀ ਜ਼ਾਇਆ ਨਹੀਂ ਹੁੰਦਾ। ਕੂਲੈਂਟ ਵਾਲਾ ਪਾਣੀ ਕੀਮਤੀ ਹੁੰਦਾ ਹੈ, ਉਹ ਫਿਰ ਗੱਡੀ ਦਾ ਟੈਂਪਰੇਚਰ ਜਿਹੜਾ ਹੈ ਨਾ ਉਹਦੇ ਨਾਲ ਬਿਹਤਰ ਰਹਿੰਦਾ। ਪਾਣੀ ਲੈਵਲ ਇੱਕ ਤੇ ਪਾਣੀ ਦਾ ਟੈਂਪਰੇਚਰ ਸਹੀ ਰਹਿੰਦਾ, ਦੂਸਰੇ ਨੰਬਰ ਤੇ ਬਲਾਕ ਔਰ ਹੈਡ ਦੇ ਵਿੱਚ ਰੇਡੀਏਟਰ 'ਚ ਜ਼ੰਗ ਨਹੀਂ ਪੈਂਦਾ। ਕਿਉਂਕਿ ਜਿਸ ਟਾਈਮ ਪਾਣੀ ਰੋਜ਼ਾਨਾ ਘਟਦਾ ਹੈ ਨਾ ਤੇ ਉਹ ਕਸਟਮਰ ਨਵਾਂ ਪਾਣੀ ਪਾਉਂਦਾ ਹੈ। ਉਹ ਨਵੇਂ ਪਾਣੀ ਦੇ ਵਿੱਚ ਮਿਨਰਲਸ ਹੁੰਦੇ ਆ, ਹਰ ਜਗ੍ਹਾ ਤੇ ਨਮਕੀਆਤ ਹੁੰਦੇ ਆ। ਉਹ ਨਮਕੀਆਤ ਜਿਹੜੇ ਆ ਬਲਾਕ ਔਰ ਹੈਡ ਦੇ ਅੰਦਰ ਜਿਹੜਾ ਹੈ ਨਾ ਇੱਕ ਤਹਿ ਬਣਾ ਦਿੰਦੇ ਆ। ਆਸਤਾ ਆਸਤਾ ਜਿਵੇਂ ਇਨਸਾਨ ਦੀਆਂ ਖੂਨ ਦੀਆਂ ਨਾਲੀਆਂ 'ਚ ਕੋਲੇਸਟ੍ਰੋਲ ਜੰਮ ਜਾਂਦਾ ਹੈ ਨਾ, ਐਰੀ ਵੀ ਬਲਾਕ ਦੀਆਂ ਲਾਈਨਾਂ ਦੇ ਵਿੱਚ ਉਹ ਸਕੇਲ ਬਣ ਜਾਂਦਾ। ਉਹ ਐਂਟੀ ਰੈਜ਼ਿਸਟੈਂਸ ਹੁੰਦਾ ਹੈ, ਉਹ ਹੀਟ ਅੱਗੇ ਟਰਾਂਸਫਰ ਨਹੀਂ ਕਰਨ ਦਿੰਦਾ। ਤੇ ਜਿਸ ਟਾਈਮ ਤੁਸੀਂ ਕੂਲੈਂਟ ਵਾਲਾ ਪਾਣੀ ਪਾਓਗੇ ਤੇ ਫਿਰ ਉਹਦੇ ਵਿੱਚ ਬੋਤਲ ਲਾਣੀ ਜ਼ਰੂਰੀ ਹੈ। ਉਹ ਫਿਰ ਅਸੀਂ ਕੂਲੈਂਟ ਵਾਲਾ ਇਹ 'ਚ ਪਾਣੀ ਪਾਇਆ ਤੇ ਨਾਲ ਉਹ ਬੋਤਲ ਲਾ ਦਿੱਤੀ। ਠੀਕ ਹੋ ਗਿਆ। ਬਾਕੀ ਨਦੀਮ ਸਾਹਿਬ ਹੁਣ ATS ਬਾਰੇ ਸਾਨੂੰ ਦੱਸੋ, ਕੈਸੀ ਕਾਰਗਰਦਗੀ ਚੱਲ ਰਹੀ ਹੈ, ਕੀ ਫੀਡਬੈਕ ਮਿਲ ਰਿਹਾ ਜ਼ਿਮੀਂਦਾਰ ਦਾ? ਕਾਰਗਰਦਗੀ ਹੈ ਆ ਕੋਈ 28-30 ਘੰਟੇ ਚੱਲ ਗਿਆ ਤੇ ਇਹਦੇ ਵਿੱਚ ਫਿਲਹਾਲ ਕੋਈ ਐਸਾ ਕੋਈ ਕਲੇਮ ਸ਼ਲੇਮ ਨਹੀਂ ਆਇਆ। ਇੱਕ ਕੰਪਨੀ ਦਾ ਫਾਲਟ ਆਇਆ ਸੀ ਟਾਇਰ ਦਾ। ਕੰਪਨੀ ਦੇ ਵਿੱਚ ਇੱਕ ਛੋਟਾ ਜਿਹਾ ਟਾਇਰ 'ਚ ਕੱਟ ਸੀ ਤੇ ਉਹ ਕੰਪਨੀ ਤੋਂ ਹੀ ਆਇਆ ਸੀ ਤੇ ਉਹ ਫਿਰ ਅਸੀਂ ਕੰਪਨੀ ਨੂੰ ਲਿਖਿਆ, ਉਹ ਕੰਪਨੀ ਨੇ ਸਾਨੂੰ ਟਾਇਰ ਦੂਸਰਾ ਦਿੱਤਾ ਤੇ ਅਸੀਂ ਆ ਕਸਟਮਰ ਨੂੰ ਭੇਜਿਆ। ਹੁਣ ਆ ਦੇਖੋ ਨਾ ਐਡਾ ਵੱਡਾ ਟਾਇਰ ਇੱਕ ਛੋਟੇ ਜਿਹੇ ਟੱਕ ਤੋਂ, ਇੱਕ ਮੇਰਾ ਖਿਆਲ ਹੈ ਅੱਧੀ ਇੰਚ ਦਾ ਟੱਕ, ਅੱਧੀ ਇੰਚੀ ਦਾ ਟੱਕ ਸੀ ਗੁੱਡੀ ਦੇ, ਉਹ ਵੀ ਗੁੱਡੀ ਦੇ ਉੱਤੇ ਮਾਰਜਨ ਦੇ ਉੱਤੇ, ਸਿਰੇ ਦੇ ਉੱਤੇ ਮਾੜਾ ਜਿਹਾ ਟੱਕ ਸੀ। ਤੇ ਕਸਟਮਰ ਨੇ ਕਿਹਾ ਅਸੀਂ ਕੰਪਨੀ ਨੂੰ ਕਲੇਮ ਕੀਤਾ, ਕੰਪਨੀ ਨੇ ਨਵਾਂ ਟਾਇਰ ਦੇ ਦਿੱਤਾ। ਸੀ ਨਵਾਂ ਟਾਇਰ ਇਹਨਾਂ ਨੂੰ ਭੇਜ ਦਿੱਤਾ। ਫੌਰੀ ਹੋ ਗਿਆ ਕਲੇਮ? ਫੌਰੀ ਕਲੇਮ ਹੋ ਗਿਆ। ਹਾਂ। ਬਾਕੀ ਨਦੀਮ ਸਾਹਿਬ ਹੁਣ ਇਹ ਦੱਸੋ ਮੇਨ ਮਕਸਦ ਸਰਵਿਸ 'ਚ ਕੀ ਤੁਸੀਂ ਕੀਤਾ? ਸਰਵਿਸ ਦੇ ਵਿੱਚ ਇਹਨਾਂ ਨੂੰ ਕੰਪਨੀ ਫਿਲਟਰ ਫ੍ਰੀ ਪ੍ਰੋਵਾਈਡ ਕਰਦੀ ਹੈ। ਠੀਕ ਹੋ ਗਿਆ ਜੀ। ਫ੍ਰੀ ਫਿਲਟਰ ਪ੍ਰੋਵਾਈਡ ਕੀਤੇ, ਬਾਕੀ ਤੇਲ ਕਸਟਮਰ ਦਾ ਹੁੰਦਾ। ਠੀਕ ਹੈ। ਕਿਹੜਾ ਤੇਲ ਪਾਇਆ? ਤੇਲ ਇਹਦੇ ਵਿੱਚ ਕੋਈ ਵੀ ਹਾਈ ਗ੍ਰੇਡ ਦਾ ਤੁਸੀਂ ਪਾ ਸਕਦੇ ਜੇ। ਹਾਂ। ਸ਼ੈਲ ਦਾ ਪਾ ਸਕਦੇ ਜੇ, ਡੈਲੋ 골ਡ ਪਾ ਸਕਦੇ ਜੇ। ਹਾਂ। R2 ਕੰਪਨੀ ਦਾ ਕੋਈ ਰეკਮੈਂਡ ਨਹੀਂ ਹੈ? ਕੰਪਨੀ ਦਾ ਰეკਮੈਂਡਡ ਕੋਈ ਨਹੀਂ, ਹਾਈ ਮਲਟੀ ਗ੍ਰੇਡ ਦਾ ਤੁਸੀਂ ਕੋਈ ਵੀ ਯੂਜ਼ ਕਰ ਸਕਦੇ। ਠੀਕ ਹੋ ਗਿਆ। ਦੋਵੇਂ ਹਿੱਸੇ ਦਾ ਚੇਂਜ ਕੀਤਾ, ਪਿਛਲਾ ਵੀ ਅਗਲਾ? ਪਿਛਲੇ ਹਿੱਸੇ ਦਾ ਵੀ ਚੇਂਜ ਹੋਇਆ, ਅਗਲੇ ਹਿੱਸੇ ਦਾ ਵੀ ਚੇਂਜ ਹੋਇਆ। ਤੇ ਪਿਛਲੇ ਦਾ ਵੀ ਕਰਨਾ ਚਾਹੀਦਾ? ਪਿਛਲੇ ਦਾ ਵੀ 30 ਘੰਟੇ ਦੀ ਸਰਵਿਸ ਤੇ ਪਿਛਲੇ ਹਿੱਸੇ ਦਾ ਵੀ ਤੇਲ ਚੇਂਜ ਹੁੰਦਾ। ਠੀਕ ਹੋ ਗਿਆ ਜੀ। ਬਾਕੀ ਹੋਰ ਜੀ ਜਿਹੜੇ ਕਸਟਮਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਉਸ ਤੋਂ ਇਲਾਵਾ ਜੀ ਜਵੇਦ ਸਾਹਿਬ ਨਾਲ ਗੱਲਬਾਤ ਕਰਾਂਗੇ, ਕੰਪਨੀ ਦੇ ਜਿਹੜੇ ਆਏ ਨੇ, ਅੱਗੋਂ ਇਹਨਾਂ ਦਾ ਕੀ ਪਲਾਨ ਚੱਲ ਰਿਹਾ ਜੀ। अस्सलाम वालेकुम जी। वालेकुम सलाम जी। डॉक्टर साहब की हाल जी? ठीक ठाक हो? बड़ा एहसान है जी, बड़ा शुक्र। ਪਹਿਲਾਂ ਤਾਂ ਮਾਸ਼ਾ ਤੁਹਾਨੂੰ ਬਹੁਤ ਮੁਬਾਰਕ ਹੋਏ ਜੀ। ਮੁਨਫਰਿਦ ਚੀਜ਼ ਤੁਸੀਂ ਆਪਣੇ ਪਹਾੜੀ ਇਲਾਕੇ ਦੇ ਵਿੱਚ ਮੰਗਵਾਈ ਹੈ ਤੇ ਕਿਵੇਂ ਸ਼ੌਕ ਪੈਦਾ ਹੋਇਆ ATS ਲੈਣ ਦਾ? ਬਸ ਜੀ ਨਦੀਮ ਸਾਹਿਬ ਦੇ ਫਾਲੋਅਰ ਆ ਬੜੇ ਅਰਸੇ ਤੋਂ ਤੇ ਨਦੀਮ ਸਾਹਿਬ ਨੇ ਜਦੋਂ ਕਹਿ ਦਿੱਤਾ ਜੀ ਕਿ ਚੰਗੀ ਚੀਜ਼ ਹੈ ਤੇ ਬਸ ਅਸੀਂ ਮੰਨ ਲਿਆ ਤੇ ਲੈ ਆਏ ਆ। ਵਾਹ। ਨਦੀਮ ਸਾਹਿਬ ਕੋਲ ਲੈ ਕੇ ਆਏ ਆ। ਗੁੱਡ ਹੋ ਗਿਆ। ਅਲਹਮਦੁਲਿਲਾ ਬਿਹਤਰੀਨ ਹੈ, ਬਿਹਤਰੀਨ ਚੱਲ ਰਿਹਾ ਹੈ। ਕੋਈ ਸਾਡੇ ਪੂਰੇ ਕਸ਼ਮੀਰ ਦੇ ਵਿੱਚ ਪਹਿਲਾ ATS ਟਰੈਕਟਰ ਆਇਆ ਹੈ ਤੇ ਉਹ ਅਲਹਮਦੁਲਿਲਾ ਸਾਡੇ ਕੋਲ ਆਇਆ ਹੈ ਤੇ ਬਿਹਤਰੀਨ ਚੱਲ ਰਿਹਾ ਹੈ। ਕੈਸਾ ਜਦੋਂ ਲੈਣ ਲੱਗੇ ਹੋ ਮਸ਼ਵਰੇ ਲਏ ਆਲੇ ਦੁਆਲੇ ਮਿਸਤਰੀਆਂ ਕੋ ਜਾਂ ਆਪਣੇ ਹਰ ਬੰਦੇ ਨੇ ਕਿਹਾ ਜੀ ਕਿ ਨਹੀਂ ਜੀ ਰੀਸੇਲ ਨਹੀਂ ਹੈ, ਨਹੀਂ ਲੈਣਾ, ਰੀਸੇਲ ਨਹੀਂ ਹੈ, ਨਹੀਂ ਲੈਣਾ। ਗੱਡੀ ਬੇਸ਼ੱਕ ਚੰਗੀ ਹੋਣੀ ਹੈ, ਲੇਕਿਨ ਇਹ ਹੈ ਕਿ ਰੀਸੇਲ ਨਹੀਂ ਹੈ ਤੇ ਨਹੀਂ ਲੈਣਾ। ਤੇ ਹਰ ਬੰਦੇ ਨੇ यही किया, लेकिन मेरा ये सी कि नदीम साहब ने किया कि अच्छा है
ਤੇ ਬਿਲਕੁਲ ਅੱਛਾ ਹੋਣਾ ਹੈ ਤੇ ਕਿਹਾ ਨਦੀਮ ਸਾਹਿਬ ਨੇ ਜੀ ਤੇ ਬਸ ਲੈ ਲਿਆ ਅੱਲਾ ਨੂੰ ਯਾਦ ਕਰਕੇ ਅੱਲਾ ਚਲਾ ਰਿਹਾ बेहतरीन ਅੱਲਾ ਦਾ ਸ਼ੁਕਰ ਹੈ। कैसा फीडबैक है 30 घंटे चला लिया ਤੁਸੀਂ? ਹਾਂਜੀ 30 ਘੰਟੇ ਹੋ ਗਿਆ ਤਕਰੀਬਨ। ਪਹਿਲੇ ਸਰਵਿਸ ਤੇ ਅਸੀਂ ਜਾਣਾ, ਹੁਣ ਪਹਿਲੀ ਸਰਵਿਸ ਤੇ ਨਦੀਮ ਸਾਹਿਬ ਆਏ ਨੇ, ਅਸੀਂ ਬੜੇ ਮਸ਼ਹੂਰ ਹਾਂ ਜੀ। ਨਦੀਮ ਸਾਹਿਬ ਆਏ ਨੇ, ਨਾਲ ਕੰਪਨੀ ਦੇ GM ਪ੍ਰੋਡਕਸ਼ਨ ਜਿਹੜਾ ਨਾ ਜਾਵੇਦ ਅਖਤਰ ਸਾਹਿਬ ਆਏ ਨੇ ਤੇ ਬਹੁਤ ਮਸ਼ਹੂਰ ਹੈ ਇਹਨਾਂ ਦੇ ਜੀ ਕਿ ਇਹ ਖੁਦ ਆਏ ਨੇ। ਬੜਾ ਕੀਮਤੀ ਟਾਈਮ ਹੈ ਇਹਨਾਂ ਦਾ, ਇਤਨਾ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਆਏ ਨੇ, ਬਹੁਤ ਸ਼ੁਕਰੀਆ ਇਹਨਾਂ ਦਾ ਜੀ। ਬਾਕੀ ਜੀ ਬਾਰਿਸ਼ ਫੇਰ ਦੁਬਾਰਾ ਸ਼ੁਰੂ ਹੋ ਗਈ ਹੈ, ਕੀ ਮੁਖਤਲਿਫ ਪਾਇਆ ਤੁਸੀਂ ਇਹਦੇ 'ਚ ਤੇ ਦੂਸਰੇ ਵੀ ਤੁਸੀਂ ਕੰਪਨੀ ਦੇ ਯੂਜ਼ ਕੀਤੇ ਹੈ? ਜੇ ਬਸ ਉਹਨਾਂ ਨੂੰ ਬਸ ਇੱਧਰ ਟਾਕੀ ਬੰਦ, ਉਧਰ ਇਹ ਕਰ ਲੀਕਿੰਗ ਬੰਦ ਕਰ, ਬੜਾ ਉਸ ਤੋਂ ਮੈਂ ਪਰੇਸ਼ਾਨ ਸੀ ਜੀ ਕਿ ਨਹੀਂ, ਮੈਂ ਉਹ ਨਹੀਂ ਸੀ ਬਰਦਾਸ਼ਤ ਕਰ ਸਕਦਾ। ਜੇ ਮੈਂ ਛੋਟੀ ਛੋਟੀ ਲੀਕਿੰਗ ਵੀ ਹੋਏ ਤੇ ਮੇਰੀ ਮਰਜ਼ੀ ਹੁੰਦੀ ਹੈ ਪਰਫੈਕਟ ਚੀਜ਼ ਹੋਵੇ। ਠੀਕ ਹੋ ਤੇ ਗਿਆ। ਇਹ ਹੁਣ ਮੈਂ ਚਾਹ ਰਿਹਾ ਸੀ ਜੀ ਕਿ ਐਸੀ ਚੀਜ਼ ਹੋਵੇ ਜਿਹੜੀ ਬਿਲਕੁਲ ਜਿਸ ਨੇ ਕੋਈ ਐਬ ਨਾ ਹੋਵੇ ਤੇ ਅਲਹਮਦੁਲਿਲਾ ਜੀ ਬਿਲਕੁਲ ਆਪਣੀਆਂ ਉਮੀਦਾਂ ਦੇ ਪੂਰਾ ਉਤਰ ਰਿਹਾ। ਖਚਾਈ ਖਚੂਈ ਧੂਆਂ ਤਾਂ ਨਹੀਂ ਮਾਰਦਾ? ਬਿਲਕੁਲ ਨਹੀਂ ਜੀ, ਧੂਏ ਦੀ ਕੋਈ ਬਿਲਕੁਲ ਨਹੀਂ। ਅਸੀਂ ਸਾਡਾ ਹੁਣੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ, 2 ਗੱਡੀਆਂ ਸਨ, ਬਾਰਿਸ਼ ਥੋੜੀ ਤੇਜ਼ ਹੋ ਗਈ ਹੈ ਤੇ 2 ਗੱਡੀਆਂ ਅਸੀਂ ਲਾਈਆਂ ਹੋਈਆਂ ਸਨ। ਇੱਕ ਆਪਣਾ ਟਰੈਕਟਰ ਲਾਇਆ ਹੋਇਆ ਸੀ, ਇੱਕ ਨਾਲ 85 ਲਾਇਆ ਹੋਇਆ ਸੀ, ਸੇਮ ਲੋਡ ਸੇਮ ਜਗ੍ਹਾ ਤੋਂ ਚੜਨਾ। ਤੇ ਮੇਰੇ ਕੋਲ ਵੀਡੀਓ ਹੀ ਮੌਜੂਦ ਹੈ, ਅਗਰ ਤੁਸੀਂ ਕਹੋਗੇ ਤਾਂ ਮੈਂ ਵੀਡੀਓ ਤੁਹਾਨੂੰ ਦੇ ਦਿਆਂਗਾ, ਉਹ ਤੁਸੀਂ ਵਿੱਚ ਕਲਿੱਪ ਐਡ ਕਰ ਲਿਓ। ਬਾਕੀ ਦੋਸਤੋ ਬਾਰਿਸ਼ ਸ਼ੁਰੂ ਹੋ ਗਈ ਸੀ ਤੇ ਅਸੀਂ ਹੁਣ ਆ ਗਏ ਅੰਦਰ ਤੇ ਅੱਲਾ ਖੈਰ ਕਰ ਛਤਰੀਆਂ ਛੁਤਰੀਆਂ ਲੈ ਲਈਆਂ ਜੀ, ਜਵੇਦ ਸਾਹਿਬ ਨੇ ਤੇ ਨਦੀਮ ਸਾਹਿਬ ਨੇ ਵੀ ਤੇ ਭਾਈ ਹੁਣਾਂ ਨੇ ਵੀ। ਬਾਕੀ ਹੁਣ ਜਵੇਦ ਸਾਹਿਬ ਨਾਲ ਗੱਲਬਾਤ ਕਰਦੇ ਆਂ। अस्सलाम वालेकुम जी। वालेकुम अस्सलाम। ਜਵੇਦ ਸਾਹਿਬ ਕੀ ਹਾਲ ਜੀ? ਠੀਕ ਠਾਕ ਹੋ? ਸਰ ਆਪ ਸੁਣਾ? ਠੀਕ ਹੈ। ਤੇ ਮਾਸ਼ਾਅੱਲਾ ਤੁਸੀਂ ਵੀ ਅੱਜ ਮਗਰ ਪਹੁੰਚੇ ਹੋ, ਜੇ ਮਗਰ ਪਹੁੰਚ ਕੇ ਸਰਵਿਸ ਕਰ ਰਹੇ ਹੋ ਤੇ ਕੀ ਆਉਣ ਦਾ ਮਕਸਦ ਹੀ ਇੱਥੇ ਨਾਲ ਤੁਹਾਡਾ? ਸਰ ਸਾਡੇ ਚੇਅਰਮੈਨ ਸਾਹਿਬ ਅਮਜਦ ਵਜ਼ੀਰ ਸਾਹਿਬ ਜੀ ਜੀ, ਠੀਕ ਹੈ, ਅੱਲਾਹ ਤਾਲਾ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ, ਠੀਕ ਹੈ ਜੀ। ਉਹ ਖੁਦ ਵੀ ਆਪਣਾ ATS ਦੇ ਪਾਰਟਸ ਦੇ ਕੇ ਜੋ ਗਾਫਲ ਨਹੀਂ ਸੀ ਹੁੰਦੇ, ਜੀ ਜੀ, ਪੂਰੇ ਪਾਕਿਸਤਾਨ 'ਚ ਜਾਂਦੇ ਸੀ। ਐਂਡ ਯੂਜ਼ਰ ਜਿਹੜਾ ਵੇ ਆਇਆ ਮੇਰੇ ਪਾਰਟਸ ਕੋ ਮੁਤਮਨ ਹੈ ਕਿ ਨਹੀਂ ਮੁਤਮਨ, ਬਿਲਕੁਲ ਠੀਕ ਹੈ ਜੀ। ਤੇ ਇਹ ਅਸੀਂ ATS ਪੂਰਾ ਜੋੜ ਕੇ ਮੁਕੰਮਲ ਕਰਕੇ ਪਾਰਟਸ ਨਾਲ ਤੇ ਟਰੈਕਟਰ ਜਦੋਂ ਬਣਾਇਆ ਹੈ ਤੇ ਜ਼ਾਹਿਰ ਹੈ ਕਿ ਫਿਰ ਅਮਜਦ ਸਾਹਿਬ ਦੀ ਵਸੀਅਤ ਹੈ ਕਿ ਟਰੈਕਟਰ ਦੇ ਮਗਰ ਜਾਣਾ ਹੈ, ਚਾਹੇ ਜੋ ਮਰਜ਼ੀ ਹੋ ਜੇ। ਮੈਂ ਖੁਦ ਪਿਛਲੇ ਸਾਲ 2024 ਚ ਜੂਨ ਜੁਲਾਈ ਚ ਪੂਰੇ ਪੰਜਾਬ ਜਿੰਨੇ ਟਰੈਕਟਰ ਸੀ ਹਰ ਟਰੈਕਟਰ ਦੇ ਮਗਰ ਗਿਆ। ਫਿਰ ਬਲੋਚਿਸਤਾਨ ਟਰੈਕਟਰ ਸੀ ਜ਼ਿਆਰਤ, ਮੈਂ ਉੱਥੇ ਵੀ ਗਿਆ ਸਿਰਫ ਇਹ ਪੁੱਛਣ ਵਾਸਤੇ ਕਿ ਆਇਆ ਜ਼ਿਮੀਦਾਰ ਜਿਹੜਾ ਹੈ ਉਹ ਮੁਤਮਿਨ ਹੈ, ਸਾਡਾ ਜਿਹੜਾ ਬ੍ਰਾਂਡ ਹੈ ਉਹ ਤੋਂ ਮੁਤਮਿਨ ਹੈ, ਜੋ ਉਹਨੇ ਸੁਣਿਆ ਸੀ ਵਾਕਈ ਟਰੈਕਟਰ ਉਸ ਮਿਆਰ ਦਾ ਹੈ ਕਿ ਨਹੀਂ ਹੈ। ਸ਼ੁਕਰ ਅਲਹਮਦੁਲਿਲਾ ਜ਼ਿਮੀਦਾਰ ਸਾਡਾ ਮੁਤਮਿਨ ਹੈ ਔਰ ਅਸੀਂ ਉਹਦੇ ਪਿੱਛੇ ਜਾਣ ਵਾਸਤੇ ਹਰ ਟਾਈਮ ਤਿਆਰ ਹਾਂ। ਗੁੱਡ ਹੋ ਗਿਆ। ਬਾਕੀ ਜਵੇਦ ਸਾਹਿਬ ਅੱਗੋਂ ਤੁਸੀਂ ਡਿਵੈਲਪਮੈਂਟ ਦਾ ਕੀ ਸੂਰਤ ਹਾਲ ਹੈ, ਕਿੱਥੇ ਤੱਕ ਕੋਈ ਪ੍ਰੋਗਰਾਮ ਹੈ ਆਪਣਾ ਮਜ਼ੀਦ ਅੱਗੋਂ ਕੋਈ ਚੇਂਜਿੰਗ ਵਗੈਰਾ ਦੇ? ਦੇਖੋ ਜੋ ਜਿਸ ਤਰ੍ਹਾਂ ਜ਼ਿਮੀਦਾਰ ਦੀ ਡਿਮਾਂਡ ਹੁੰਦੀ ਹੈ ਜੀ ਜੀ, ਅਸੀਂ ਸਾਡੀ ਕੋਸ਼ਿਸ਼ ਜ਼ਿਆਦਾ ਹੁੰਦੀ ਹੈ ਕਿ ਜ਼ਿਮੀਦਾਰ ਕੀ ਕਹਿੰਦਾ ਹੈ, ਬਿਲਕੁਲ ਜੋ ਜ਼ਿਮੀਦਾਰ ਕਹਿੰਦਾ ਹੈ ਫਿਰ ਜਾ ਕੇ ਅਸੀਂ ਆਪਣੀ ਤੌਰ ਮੀਟਿੰਗ ਕਰਦੇ ਹਾਂ, ਫਿਰ ਦੇਖਦੇ ਹਾਂ ਕਿ ਇਹਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ, ਆਇਆ ਨੂੰ ਠੀਕ ਕਰਨਾ ਹੈ ਕਿ ਜਾਂ ਉਹ ਜੋ ਕਹਿੰਦਾ ਇਹਨੂੰ ਚਲਾਉਣਾ ਹੈ, ਠੀਕ ਹੈ ਜੀ। ਲੇਕਿਨ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਹੀਂ ਯਾਰ ਜ਼ਿਮੀਦਾਰ ਠੀਕ ਕਹਿ ਰਿਹਾ, ਕਿਉਂਕਿ ਐਂਡ ਯੂਜ਼ਰ ਨੇ ਇਸਤੇਮਾਲ ਕਰਨਾ ਹੈ। ਜਦੋਂ ਉਹਦੀ ਅਸੀਂ ਡਿਮਾਂਡ ਪੂਰੀ ਕਰਾਂਗੇ ਤਾਂ ਟਰੈਕਟਰ ਸਾਡਾ ਕਾਮਯਾਬ ਹੋਏਗਾ ਨਾ, ਬਿਲਕੁਲ, ਠੀਕ ਹੈ ਜੀ। ਤੇ ਅਸੀਂ ਜੋ ਜ਼ਿਮੀਦਾਰ ਕਹਿੰਦਾ ਉਹਦੇ ਮੁਤਾਬਕ ਇਸ ਤਬਦੀਲੀਆਂ ਗਾਹੇ ਬਗਾਹੇ ਕਰਦੇ ਰਹਿੰਦੇ ਹਾਂ। ਗੁੱਡ ਹੋ ਗਿਆ। ਬਾਕੀ ਜਵੇਦ ਸਾਹਿਬ ਮੇਰਾ ਖਿਆਲ ਹੈ ਬਾਅਦ ਟਰੈਕਟਰ ਰਹਿ ਗਿਆ ਜਿਹੜਾ ਹੁਣ ਕੀਮਤ ਨਹੀਂ ਵਧਾਈ, ਬਾਕੀ ਤੇ ਕੰਪਨੀਆਂ ਨੇ ਹੁਣ ਕੀਮਤ ਦਾ ਨੋਟੀਫਿਕੇਸ਼ਨ ਦੇ ਦਿੱਤੇ ਨੇ ਤੇ ਲਾਲ ਝੰਡੀ ਤੁਹਾਡਾ ਵੀ ਕੋਈ ਹੈ ਐਸਾ ਪ੍ਰੋਗਰਾਮ ਸਾਡੀ ਕੋਸ਼ਿਸ਼ ਤੇ ਵੇ ਕਿ ਜਿੰਨੀ ਦੇਰ ਅਸੀਂ ਟਰੈਕਟਰ ਤੇ ਸਾਡੇ ਕੋਲ ਮਾਰਜਨ ਹੈ ਵੇ ਕਿ ਅਸੀਂ ਉਸ ਕੀਮਤ ਨੂੰ ਲੈ ਕੇ ਅੱਗੇ ਜਾ ਸਕੀਏ, ਉਨੀ ਦੇਰ ਤਾਂ ਅਸੀਂ ਇਨਸ਼ਾਅੱਲਾ ਲੈ ਕੇ ਚੱਲਾਂਗੇ ਨਾ। ਜਦੋਂ ਪਾਰਟਸ ਮਹਿੰਗੇ ਹੋ ਗਏ, ਟੈਕਸਿਸ ਇਸ ਤਰ੍ਹਾਂ ਲੱਗ ਗਿਆ ਇਜ਼ਾਫੀ, ਫਿਰ ਸਾਡੀ ਮਜਬੂਰੀ ਹੋਵੇਗੀ, ਠੀਕ ਹੈ ਜੀ। ਵਰਨਾ ਅਸੀਂ ਚਾਹੁੰਦੇ ਹਾਂ ਕਿ ਯਾਰ ਸਾਡੇ ਕੋਲ ਮਾਰਜਨ ਪੂਰਾ ਜਿਹਾ ਹੋਵੇ। ਕਮ ਸੇ ਕਮ ਜ਼ਿਮੀਦਾਰ ਕੋਲ ਜੋ ਇਸ ਲਈ ਜ਼ਿਮੀਦਾਰ ਦੀ ਮੁਸੀਬਤ ਹੈ ਕਿ ਮਹਿੰਗਾਈ ਬਹੁਤ ਹੈ, ਠੀਕ ਹੈ ਜੀ, ਫਸਲਾਂ ਦੀ ਬੜੀ ਪ੍ਰੋਬਲਮ ਹੈ, ਉਹਨੂੰ ਫਸਲ ਦੇ ਪੈਸੇ ਨਹੀਂ ਮਿਲਦੇ, ਠੀਕ ਹੈ। ਸਾਡੀ ਕੋਸ਼ਿਸ਼ ਹੈ ਕਿ ਯਾਰ ਜ਼ਿਮੀਦਾਰੀ ਜਿੰਨੀ ਮਦਦ ਕਰ ਸਕੀਏ ਅਸੀਂ ਆਪਣੇ ਟਰੈਕਟਰ ਦੀ ਕੀਮਤ ਨਾ ਵਧਾਈਏ। ਫਿਲਹਾਲ ਤੁਸੀਂ ਉੱਤੇ ਜੀ ਪਾਬੰਦ ਹਾਂ। ਕੀ ਕੀਮਤ ਚੱਲ ਰਹੀ ਹੈ ਜੀ 290 ਸਪੈਸ਼ਲ ਦੀ? ਤਕਰੀਬਨ ਮੇਰੇ ਹਾਲੇ ਅੱਜ ਕੱਲ 36 ਲੱਖ 80 ਹਜ਼ਾਰ ਰੁਪਈਆ ਹੈ। ਔਰ ਕਿਸੇ ਬੰਦੇ ਨੇ ਟਰੈਕਟਰ ਬੁੱਕ ਕਰਾਣਾ तो ਤੁਸੀਂ ਮੇਰਾ ਨੰਬਰ ਨੋਟ ਕਰ ਲਓ 0321 9472 206 ਨਦੀਮ ਬ੍ਰਦਰ ਆਟੋ ਇੰਜੀਨੀਅਰਿੰਗ ਬਰਕੀ रोड लाहौर पाकिस्तान। हाँ ठीक होगा जी, बहुत मेहरबानी जी। मेहरबानी दोस्तों वीडियो अच्छी लगी लाइक शेयर कर देना, इंशाल्लाह मिलेंगे जी नेक्स्ट वीडियो च। ओके जी, अल्लाह हाफ़िज़।